हाँ जी, सत श्री अकाल जी साਰਿਆਂ ਨੂੰ। मैं धर्मपाल सिंह हिसाब मास्टर गवर्नमेंट हाई स्कूल पतारा विखे जॉब कर रहा हाँ। विद्यार्थियों, इस तो पहले लेक्चर्स दे विच ਅਸੀਂ क्लास 9वीं ਦਾ 7ਵਾਂ ਅਧਿਆਇ त्रिभुजां ਜਿਹੜਾ ਹੈਗਾ ਆ ਉਹ ਆਪ ਜੀ ਦੇ ਸਾਹਮਣੇ ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ ਆਪਾਂ त्रिभुजां ਦੇ ਬਾਰੇ ਜਾਣਕਾਰੀ ਹਾਸਲ ਕੀਤੀ ਕਿ त्रिभुजां ਕੀ ਹੁੰਦੀਆਂ ਹਨ। ਫਿਰ ਆਪਾਂ त्रिभुजां ਦੇ ਨਾਲ ਉਹਨਾਂ ਦੇ ਸਰਬੰਗ ਸਮਤਾ ਦਾ ਜਿਹੜਾ ਗੁਣ ਹੈ ਉਸ ਗੁਣ ਦੇ ਨਾਲ ਰਿਲੇਟਡ ਜਿਹੜੀਆਂ ਹੈਗੀਆਂ ਆਪਾਂ ਨਿਯਮ ਕੀਤੇ। ਉਹਨਾਂ ਨਿਯਮਾਂ ਦੇ ਨਾਲ ਜੁੜੀਆਂ ਹੋਈਆਂ ਆਪਾਂ ਅਭਿਆਸ 7.1 ਕੀਤੀ, ਅਭਿਆਸ 7.2 ਕੀਤੀ ਹੈ। ਤੇ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਦੋ ਨਿਯਮ ਸਰਬੰਗ ਸਮਤਾ ਦੇ ਹੋਰ ਕਰੀਏ ਅਤੇ ਉਸ ਦੇ ਨਾਲ ਨਾਲ ਅਭਿਆਸ 7.3 ਦੇ ਕੁਝ ਸਵਾਲ ਕਰੀਏ ਤੇ ਕੁਝ ਸਵਾਲ ਆਪ ਜੀ ਨੂੰ ਵੀ ਪ੍ਰੈਕਟਿਸ ਵਾਸਤੇ ਦਵਾਂਗੇ। ਚਲੋ ਵਿਦਿਆਰਥੀਓ, ਅਸੀਂ ਸਟਾਰਟ ਕਰਦੇ ਹਾਂ ਆਪਣਾ ਨਵਾਂ ਟੌਪਿਕ। ਉਹੀ ਹੈ ਸਾਡਾ त्रिभुजां, ਲੇਕਿਨ ਸਰਬੰਗ ਸਮਤਾ ਦੇ ਕੁਝ ਨਵੇਂ ਨਿਯਮ ਜਿਹੜੇ ਹੈਗੇ ਆ ਆਓ ਉਹਨਾਂ ਨੂੰ ਜਾਣਦੇ ਹਾਂ। ਸਭ ਤੋਂ ਪਹਿਲਾ ਨਿਯਮ ਹੈ ਵਿਦਿਆਰਥੀਓ SSS, यानी कि भुजा भुजा भुजा। ਇਹ ਨਿਯਮ ਦਾ ਅਰਥ ਕੀ ਹੈ? ਕਿਉਂਕਿ ਅਸੀਂ ਇਸ ਤੋਂ ਪਹਿਲਾਂ ਵੀ ਇਹ ਚੈਪਟਰ ਚੰਗੀ ਤਰ੍ਹਾਂ ਕਰ ਚੁੱਕੇ ਹਾਂ, ਇਸ ਕਰਕੇ ਅਸੀਂ ਇਹ ਗੱਲ ਨੂੰ ਸਮਝਦੇ ਹਾਂ ਕਿ ਇਹ ਲਿਖਣ ਦਾ ਕੀ ਮਤਲਬ ਹੋ ਸਕਦਾ ਹੈ। ਇਹ ਲਿਖਣ ਦਾ ਮਤਲਬ ਇਹ ਹੈ ਕਿ ਜੇਕਰ ਸਾਡੇ ਕੋਲ ਦੋ ਤ੍ਰਿਭੁਜਾਂ ਹਨ ਜਿਨ੍ਹਾਂ ਦੇ ਵਿੱਚ ਮੈਨੂੰ ਉਹਨਾਂ ਦੇ ਕੋਣਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮੇਰੇ ਕੋਲ ਦੋ ਤ੍ਰਿਭੁਜਾਂ ਹਨ ਤੇ ਇਹਨਾਂ ਦੇ ਵਿੱਚ ਇਹਨਾਂ ਦੇ ਕੋਣਾਂ ਦੀ ਜਾਣਕਾਰੀ ਮੈਨੂੰ ਨਹੀਂ ਦਿੱਤੀ ਗਈ ਕਿ ਭਈ ਇਹ ਬਰਾਬਰ ਹਨ ਜਾਂ ਉਹਨਾਂ ਦਾ ਮਾਪ ਕੀ ਹੈ, ਮੈਨੂੰ ਨਹੀਂ ਦੱਸਿਆ ਗਿਆ। ਮੈਨੂੰ ਸਿਰਫ ਇਹ ਦੱਸਿਆ ਗਿਆ ਕਿ ਆਹ ਭੁਜਾ ਇਸ ਭੁਜਾ ਦੇ ਬਰਾਬਰ ਹੈ, ਆਹ ਭੁਜਾ ਇਸ ਭੁਜਾ ਦੇ ਬਰਾਬਰ ਹੈ ਤੇ ਆਹ ਭੁਜਾ ਇਸ ਭੁਜਾ ਦੇ ਬਰਾਬਰ ਹੈ। ਜੇਕਰ ਦੋ ਤ੍ਰਿਭੁਜਾਂ ਇਦਾਂ ਦੀਆਂ ਹੋਣ ਜਿਨ੍ਹਾਂ ਦੀਆਂ ਸੰਗਤ ਭੁਜਾਵਾਂ ਦਾ ਮਾਪ ਆਪਸ ਵਿੱਚ ਬਰਾਬਰ ਹੋਵੇ, ਤਿੰਨੋਂ ਭੁਜਾਵਾਂ ਦਾ, ਠੀਕ ਹੈ, ਜਿੰਨੀਆਂ ਵੀ ਸੰਗਤ ਭੁਜਾਵਾਂ, ਤਿੰਨ ਭੁਜਾਵਾਂ ਹੈ, ਤਿੰਨੋਂ ਸੰਗਤ ਭੁਜਾਵਾਂ ਦਾ ਮਾਪ ਆਪਸ ਵਿੱਚ ਬਰਾਬਰ ਹੁੰਦਾ ਹੈ ਤਾਂ ਉਹ ਦੋਵੇਂ ਤ੍ਰਿਭੁਜਾਂ ਜਿਹੜੀਆਂ ਹੈਗੀਆਂ ਉਹ ਸਰਬੰਗਸਮ ਹੁੰਦੀਆਂ ਹਨ। ਠੀਕ ਹੈ। ਅੱਛਾ ਵਿਦਿਆਰਥੀਓ, ਇਹ ਸਰਬੰਗਸਮ ਹੁੰਦੀਆਂ ਹਨ, ਇਹਦਾ ਜੇ ਆਪਾਂ ਨਿਚੋੜ ਕਰਕੇ ਦੇਖਣਾ ਹੋਵੇ ਤਾਂ ਉਹ ਕੀ ਹੈ? ਅਸੀਂ ਪਹਿਲਾਂ ਵੀ ਇੱਕ ਵਾਰੀ ਐਕਟੀਵਿਟੀ ਕੀਤੀ ਸੀਗੀ ਕਿ ਅਸੀਂ ਦੋ ਵੱਖਰੀਆਂ ਤ੍ਰਿਭੁਜਾਂ ਚੱਕ ਲੈਣੇ ਆ। ਇਹਨਾਂ ਦੇ ਵਿੱਚ ਅਸੀਂ ਕੀ ਕੀਤਾ ਵਿਦਿਆਰਥੀਓ? ਅਸੀਂ ਪੇਪਰ ਤੇ ਕੈਂਚੀ ਦੀ ਮਦਦ ਦੇ ਨਾਲ ਇੱਕੋ ਆਕਾਰ ਵਾਲੀਆਂ ਤਾਂ ਨਹੀਂ ਕਹੂੰਗਾ, ਇੱਕੋ ਮਾਪ ਵਾਲੀਆਂ ਮੈਂ 3-4 ਤ੍ਰਿਭੁਜਾਂ ਜਿਹੜੀਆਂ ਹੈਗੀਆਂ ਕੱਟ ਲੈਣਾ ਹੈ। ਠੀਕ ਹੈ ਜੀ, ਇੱਕੋ ਮਾਪ ਵਾਲੀਆਂ 3-4 ਤ੍ਰਿਭੁਜਾਂ ਦਾ ਅਰਥ ਹੈ ਕਿ ਇਹਦੇ ਵਿੱਚ ਜਿਵੇਂ ਕਿ ਮੈਂ ਪਹਿਲੀ ਭੁਜਾ 4 ਸੈਂਟੀਮੀਟਰ, ਦੂਜੀ 5 ਤੇ ਤੀਜੀ 4.5 ਸੈਂਟੀਮੀਟਰ ਦੀ ਭੁਜਾ ਕੱਟੀ ਹੈ। ਦੂਸਰੇ ਪਾਸੇ ਵੀ ਮੈਂ ਸੇਮ ਇਹੀ 4, 5 ਤੇ 4.5 ਜਿਹੜੀ ਹੈਗੀ ਆ ਉਹਦੀ ਮੈਂ ਜਿਹੜਾ ਮਾਪ ਉਹਦਾ ਲਿਆ ਹੋਇਆ। ਇਹ ਦੋਵੇਂ ਤ੍ਰਿਭੁਜਾਂ ਜਦੋਂ ਮੈਂ ਕੱਟੀਆਂ, ਮੈਂ ਕੱਟ ਕੇ ਇਹਨਾਂ ਨੂੰ ਇੱਕ ਦੂਸਰੇ ਦੇ ਉੱਪਰ ਜਦੋਂ ਪੂਰੇ ਤਰੀਕੇ ਨਾਲ ਰੱਖਿਆ ਤੇ ਆਹ ਵੇਖੋ, ਇਹ ਇੱਕ ਦੂਜੇ ਨੂੰ ਪੂਰੇ ਤਰੀਕੇ ਦੇ ਨਾਲ ਕਵਰ ਕਰ ਰਹੀਆਂ ਹਨ, ਇਧਰੋਂ ਵੀ ਤੇ ਇਧਰੋਂ ਵੀ। ਠੀਕ ਹੈ। ਸੋ ਵਿਦਿਆਰਥੀਓ, ਅਸੀਂ ਕਹਿ ਸਕਦੇ ਹਾਂ ਜਦੋਂ ਵੀ ਇਦਾਂ ਦੀ ਸਥਿਤੀ ਸਾਡੇ ਕੋਲ ਆਉਂਦੀ ਹੈ ਅਸੀਂ ਇਹ ਕਹਿੰਦੇ ਹਾਂ ਕਿ ਇਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਬੰਗਸਮ ਹਨ। ਠੀਕ ਹੈ। ਅੱਛਾ, ਆਪ ਜੀ ਨੂੰ ਯਾਦ ਹੋਵੇਗਾ ਸੇਮ ਇਸੇ ਤਰੀਕੇ ਦੇ ਨਾਲ ਇਹ ਤਾਂ ਤ੍ਰਿਭੁਜਾਂ ਦੀ ਗੱਲ ਹੈ। ਜੇਕਰ ਦੋ ਸਿੱਕੇ ਨੇ, ਇਹ ਦੋ ਸਿੱਕਿਆਂ ਨੂੰ ਆਪਸ ਦੇ ਵਿੱਚ ਇਦਾਂ ਰੱਖ ਦਈਏ, ਠੀਕ ਹੈ, ਇਹ ਵੀ ਆਪਸ ਦੇ ਵਿੱਚ ਕੀ ਹੋ ਜਾਂਦੇ ਨੇ? ਸਰਬੰਗਸਮ ਹੋ ਜਾਂਦੇ ਨੇ। ਇਸੇ ਤਰੀਕੇ ਨਾਲ ਜਿਹੜੀਆਂ ਦੋ ਤ੍ਰਿਭੁਜਾਂ ਆਪਸ ਦੇ ਵਿੱਚ ਕੱਟ ਕੇ ਜੇਕਰ ਇੱਕ ਦੂਜੇ ਦੇ ਉੱਪਰ ਰੱਖੀਏ ਤਾਂ ਉਹ ਪੂਰਨਤਾ ਇੱਕ ਦੂਜੇ ਨੂੰ ਅੱਗਿਓਂ ਤੇ ਪਿੱਛੋਂ ਦੋਵੇਂ ਪਾਸਿਓਂ ਢੱਕਦੀਆਂ ਨੇ ਤਾਂ ਉਹ ਕੀ ਹੈ? ਉਹ ਸਾਡੇ ਕੋਲ ਕੀ ਆਣਗੀਆਂ? ਸਰਬੰਗਸਮ ਤ੍ਰਿਭੁਜਾਂ ਆਣਗੀਆਂ। ਸੋ ਇਸ ਦਾ ਅਰਥ ਇਹ ਹੋਇਆ ਵਿਦਿਆਰਥੀਓ, ਇਹ ਇੱਕ ਵੱਖਰਾ ਨਿਯਮ ਹੈ। ਇਸ ਤੋਂ ਪਹਿਲਾਂ ਜਿਹੜੇ ਅਸੀਂ ਨਿਯਮ ਕੀਤੇ ਹਨ, ਅਸੀਂ ਜੇਕਰ ਉਹਨਾਂ ਦੀ ਜਾਣਕਾਰੀ ਲੈ ਲਈਏ, ਅਸੀਂ ਕੀਤਾ ਸੀ SAS, ਯਾਨੀ ਕਿ ਭੁਜਾ ਕੋਣ ਭੁਜਾ। ਅਸੀਂ ਇਹ ਨਿਯਮ ਇਸ ਤੋਂ ਪਹਿਲਾਂ ਕੀਤਾ ਸੀਗਾ। ਉਸ ਤੋਂ ਬਾਅਦ ਅਸੀਂ ਇੱਕ ਨਿਯਮ ਕੀਤਾ ਸੀਗਾ ਕੋਣ ਭੁਜਾ ਕੋਣ। ਠੀਕ ਹੈ ਜੀ। ਫਿਰ ਅਸੀਂ ਇੱਕ ਨਿਯਮ ਦੇਖਿਆ ਸੀ ਕੋਣ ਭੁਜਾ। ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਜਿਹੜੇ ਅਸੀਂ ਇसी ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇੱਕ ਨਵੇਂ ਨਿਯਮ ਵੱਲ ਆਏ ਆ SSS, ਯਾਨੀ ਕਿ ਭੁਜਾ ਭੁਜਾ ਭੁਜਾ। ਅਰਥਾਤ ਮਤਲਬ ਇਹ ਕਿ ਜੇਕਰ ਦੋ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਦਾ ਮਾਪ ਆਪਸ ਵਿੱਚ ਬਰਾਬਰ ਹੁੰਦਾ ਹੈ ਤਾਂ ਉਹ ਕੀ ਹੁੰਦੀਆਂ ਹਨ? ਆਪਸ ਦੇ ਵਿੱਚ ਸਰਬੰਗਸਮ ਹੁੰਦੀਆਂ ਹਨ। ਠੀਕ ਹੈ। ਚਲੋ ਆਓ ਵਿਦਿਆਰਥੀ, ਇਸ ਦੇ ਨਾਲ ਆਪਾਂ ਇੱਕ ਹੋਰ ਜਿਹੜਾ ਇਹਦਾ ਆਪਣੇ ਕੋਲ ਨਿਯਮ ਹੈ ਉਸ ਨੂੰ ਵੀ ਆਪਾਂ ਕਰ ਲਈਏ। ਉਹ ਨਿਯਮ ਨੂੰ ਬੋਲਦੇ ਹਾਂ ਆਪਾਂ RHS। RHS ਅੰਗਰੇਜ਼ੀ ਭਾਸ਼ਾ ਦੇ ਵਿੱਚ ਅਨੁਵਾਦ ਹੈ, ਇਹਨੂੰ ਮੈਂ ਪੰਜਾਬੀ ਭਾਸ਼ਾ 'ਚ ਲਿਖ ਕੇ ਦਿਖਾਣਾ। R ਦਾ ਮਤਲਬ ਹੁੰਦਾ ਹੈ ਸਮਕੋਣੀ ਤ੍ਰਿਭੁਜ, H ਦਾ ਮਤਲਬ ਹੁੰਦਾ ਹੈ ਹਾਈਪੋਟੇਨਿਊਜ਼ ਯਾਨੀ ਕਿ ਉਹਦਾ ਕਰਣ, ਤੇ S ਦਾ ਮਤਲਬ ਹੁੰਦਾ ਹੈ ਸਾਈਡ ਯਾਨੀ ਕਿ ਉਹਦੀ ਭੁਜਾ। ਜੇਕਰ ਮੈਂ ਇੱਥੇ ਇੱਕ ਰਾਈਟ ਐਂਗਲ ਟ੍ਰਾਇੰਗਲ ਲੈ ਲਵਾਂ, ਰਾਈਟ ਐਂਗਲ ਟ੍ਰਾਇੰਗਲ ਦਾ ਮਤਲਬ ਹੁੰਦਾ ਹੈ ਸਮਕੋਣੀ ਤ੍ਰਿਕੋਣ ਲੈ ਲਵਾਂ, ਇਹਦੇ ਵਿੱਚ ਮੈਂ ਇਹਨਾਂ ਨੂੰ ਮਿਟੇ ਦਿੰਦਾ ਜਰਾ ਤਾਂ ਕਿ ਕਨਫਿਊਜ਼ਨ ਨਾ ਹੋਵੇ ਥੋੜੀ ਜੀ। ਆ ਦੋ ਤ੍ਰਿਭੁਜਾਂ ਜਿਹੜੀਆਂ ਹੈਗੀਆਂ ਮੈਂ ਆਪਣੇ ਕੋਲ ਚੱਕ ਲਈਆਂ, A B
C D E F, ठीक है जी। ਇਹਦੇ ਵਿੱਚ ਇਹ ਗੱਲ ਕਹੀ ਗਈ ਕਿ ਇਹ ਸਮਕੋਣੀ ਹੈ, ਦੋਨੋਂ ਤ੍ਰਿਭੁਜਾਂ ਕੀ ਹਨ, ਸਮਕੋਣੀ ਹਨ। ਇਹਦਾ ਮਤਲਬ ਇਸ ਨਿਯਮ ਦੇ ਉੱਤੇ ਇੱਕ ਸ਼ਰਤ ਲੱਗੀ ਹੋਈ ਆ ਕਿ ਤ੍ਰਿਭੁਜਾਂ ਆਪਸ ਦੇ ਵਿੱਚ ਕੀ ਹੋਣੀਆਂ ਚਾਹੀਦੀਆਂ ਨੇ, ਸਮਕੋਣੀ ਹੋਣੀਆਂ ਚਾਹੀਦੀਆਂ ਨੇ, ਠੀਕ ਹੈ ਜੀ। ਜੇਕਰ ਇਹ ਤ੍ਰਿਭੁਜ ਆਪਸ ਵਿੱਚ ਸਮਕੋਣੀ ਹੈ, ਉਸ ਦਾ ਕर्ण ਯਾਨੀ ਕਿ H ਆਪਸ ਦੇ ਵਿੱਚ ਬਰਾਬਰ ਹੈ, ਇਹ H ਆਪਸ ਵਿੱਚ ਬਰਾਬਰ ਹੋ ਗਿਆ, ਅਤੇ ਇੱਕ ਭੁਜਾ ਇਹ ਵੀ ਹੋ ਸਕਦੀ ਹੈ ਤੇ ਇਹ ਵੀ ਹੋ ਸਕਦੀ ਹੈ। ਦੋਹਾਂ ਵਿੱਚੋਂ ਕੋਈ ਇੱਕ ਭੁਜਾ, ਮੰਨ ਲਓ ਆਹ ਭੁਜਾ ਆ, ਇਹ ਭੁਜਾ ਬਰਾਬਰ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਵੰਗਸਮ ਹਨ, ਠੀਕ ਹੈ ਜੀ। ਤ੍ਰਿਭੁਜ ABC ਸਰਵੰਗਸਮ ਹੈ ਤ੍ਰਿਭੁਜ DEF ਦੇ, ਠੀਕ ਹੈ। ਹੁਣ ਇਹਦਾ ਆਪਾਂ ਸਮਝ ਲਈਏ ਥੋੜਾ, ਇਹਨੂੰ ਲਿਖਦੇ ਹਾਂ ਆਪਾਂ ਸਮਕੋਣ, ਇਹ ਲਿਖਦੇ ਹਾਂ ਜੀ ਕर्ण, ਇਹ ਲਿਖਦੇ ਹਾਂ ਭੁਜਾ, ਠੀਕ ਹੈ ਜੀ। ਸਮਕੋਣ ਕर्ण ਤੇ ਭੁਜਾ ਵਾਲਾ ਜਿਹੜਾ ਨਿਯਮ ਹੈ, ਇਹ ਵੀ ਜਿਹੜਾ ਹੈਗਾ ਆ ਸਾਡੇ ਕੋਲ ਇਸ ਤਰੀਕੇ ਦੇ ਨਾਲ ਹੀ ਦਿੱਤਾ ਹੋਇਆ ਹੈ ਕਿ ਬਈ ਜੇਕਰ ਦੋ ਤ੍ਰਿਭੁਜਾਂ ਹੋਣ, ਸਮਕੋਣ ਤ੍ਰਿਭੁਜਾਂ ਹੋਣ, ਉਹਨਾਂ ਦਾ ਕर्ण ਆਪਸ ਦੇ ਵਿੱਚ ਬਰਾਬਰ ਹੋਵੇ, ਤੇ ਇਹਨਾਂ ਦੋਹਾਂ ਵਿੱਚੋਂ ਕੋਈ ਇੱਕ ਭੁਜਾ, ਸੰਗਤ ਭੁਜਾਵਾਂ ਆਪਸ ਵਿੱਚ ਬਰਾਬਰ ਹੋਣ, ਚਾਹੇ ਇਹ ਦੋ ਬਰਾਬਰ ਹੋ ਜਾਣ ਚਾਹੇ ਇਹ ਦੋ ਬਰਾਬਰ ਹੋ ਜਾਣ, ਤਾਂ ਉਹ ਤ੍ਰਿਭੁਜਾਂ ਵੀ ਆਪਸ ਦੇ ਵਿੱਚ ਕੀ ਹੁੰਦੀਆਂ ਹਨ, ਸਰਵੰਗਸਮ ਹੁੰਦੀਆਂ ਹਨ। ਇਹਦਾ ਨਤੀਜਾ ਵੀ ਜਿਹੜਾ ਹੈਗਾ ਆ, ਜੇਕਰ ਅਸੀਂ ਜਾਂਚਣਾ ਚਾਹੁੰਦੇ ਹਾਂ ਤੇ ਇਹਦਾ ਨਤੀਜੇ ਨੂੰ ਵੀ ਅਸੀਂ ਸੇਮ ਉਸੇ ਢੰਗ ਦੇ ਨਾਲ ਲਿਖੇ, ਤੁਸੀਂ ਕੈਂਚੀ ਤੇ ਪੇਪਰ ਲੈ ਲਓ, ਉਸ ਦੇ ਨਾਲ ਵੱਖਰੀਆਂ ਵੱਖਰੀਆਂ ਸਮਕੋਣੀ ਤ੍ਰਿਭੁਜਾਂ ਬਣਾਓ, ਲੇਕਿਨ ਇਹ ਯਾਦ ਰੱਖਣਾ ਉਹਨਾਂ ਦੇ ਵਿੱਚ ਇੱਕ ਤਾਂ ਸਮਕੋਣੀ ਹੋਣੀਆਂ ਚਾਹੀਦੀਆਂ ਹਨ, ਉਹਨਾਂ ਦਾ ਕर्ण ਬਰਾਬਰ ਹੋਵੇ, ਠੀਕ ਹੈ ਜੀ। ਤੁਸੀਂ ਤੀਸਰੀ ਭੁਜਾ ਦਾ ਮਾਪ ਨਹੀਂ ਦੇਖਣਾ, ਤੁਸੀਂ ਇੱਕ ਕर्ण ਦੇਖਣਾ ਆ ਤੇ ਦੋਹਾਂ ਵਿੱਚੋਂ ਕੋਈ ਇੱਕ ਆਧਾਰ ਲੈ ਲਓ ਜਾਂ ਲੰਬ ਲੈ ਲਓ, ਉਹ ਬਰਾਬਰ ਹੋਵੇ। ਤੁਸੀਂ ਇਹ ਚੈੱਕ ਕਰੋਗੇ ਕਿ ਉਹ ਦੋਵੇਂ ਤ੍ਰਿਭੁਜਾਂ ਦਾ ਤੀਸਰੀ ਭੁਜਾ ਆਪਣੇ ਆਪ ਬਰਾਬਰ ਆ ਰਹੀ ਹੈ, ਜਦੋਂ ਉਹਨਾਂ ਨੂੰ ਇੱਕ ਦੂਜੇ ਦੇ ਉੱਪਰ ਰੱਖੋਗੇ ਤਾਂ ਪੂਰਾ ਇੱਕ ਦੂਜੇ ਨੂੰ ਕਵਰ ਕਰਨਗੀਆਂ। ਇਸ ਦਾ ਮਤਲਬ ਇਹ ਹੈ ਕਿ ਉਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਵੰਗਸਮ ਹੋਣਗੀਆਂ, ਠੀਕ ਹੈ ਵਿਦਿਆਰਥੀ। ਚਲੋ, ਇਹ ਦੋ ਨਿਯਮ ਕਰਨ ਤੋਂ ਬਾਅਦ ਅਸੀਂ ਇਸ ਦੇ ਸਵਾਲ ਜਾਂਚਦੇ ਹਾਂ। ਸਵਾਲ ਮੈਂ ਇਸ ਦੇ ਵਾਸਤੇ ਇਹੋ ਜਿਹਾ ਸਵਾਲ ਚੁਣਿਆ ਹੈ ਜਿਹੜਾ ਕਿ ਸਾਨੂੰ ਹਜੇ ਤੱਕ ਜਿੰਨੇ ਨਿਯਮ ਕੀਤੇ ਹੋਏ ਹਨ, ਉਹਨਾਂ ਸਾਰੇ ਨਿਯਮ ਨੂੰ ਜਿਹੜਾ ਹੈਗਾ ਆ, ਉਹ ਹੌਲੀ ਹੌਲੀ ਕਰਕੇ ਅਸੀਂ ਉਹਨਾਂ ਨੂੰ ਸਾਰਿਆਂ ਦੀ ਦੁਹਰਾਈ ਵੀ ਹੋ ਜਾਏਗੀ ਤੇ ਇਹ ਸਵਾਲ ਵੀ ਅਸੀਂ ਕਰ ਪਾਵਾਂਗੇ, ਠੀਕ ਹੈ। ਸੋ ਵਿਦਿਆਰਥੀਓ, ਸਾਡੇ ਕੋਲ ਪਹਿਲਾ ਸਵਾਲ ਹੈ, ਪ੍ਰਸ਼ਨ ਨੰਬਰ 1 ਹੈ। ਇਹ ਕਹਿ ਰਿਹਾ ਕਿ ਤ੍ਰਿਭੁਜ ABC ਅਤੇ ਤ੍ਰਿਭੁਜ DBC ਇੱਕ ਹੀ ਆਧਾਰ BC ਉੱਤੇ, ਇੱਕ ਹੀ ਆਧਾਰ BC ਉੱਤੇ ਦੋ ਸਮਦੋਭੁਜੀ ਤ੍ਰਿਭੁਜਾਂ ਹਨ ਅਤੇ ਸਿਖਰ A ਅਤੇ D ਭੁਜਾ BC ਦੇ ਇੱਕੋ ਪਾਸੇ ਹਨ। ਜੇ ਭੁਜਾ AD ਨੂੰ ਇਸ ਤਰ੍ਹਾਂ ਵਧਾਇਆ ਜਾਵੇ ਕਿ ਭੁਜਾ BC ਨੂੰ P ਤੇ ਕੱਟੇ, ਤਾਂ ਸਿੱਧ ਕਰੋ ਕਿ ਕਿਹੜੀ ਚੀਜ਼ ਸਿੱਧ ਕਰਨੀ ਹੈ ਜੀ। ਪਹਿਲੇ ਨੰਬਰ ਤੇ ਅਸੀਂ ਸਿੱਧ ਕਰਨਾ ਹੈ ਤ੍ਰਿਭੁਜ ABD ਸਰਵੰਗਸਮ ਹੈ ਤ੍ਰਿਭੁਜ ACD ਦੇ। ਦੂਸਰੀ ਚੀਜ਼ ਵਿਦਿਆਰਥੀਓ ਅਸੀਂ ਸਿੱਧ ਕਰਨੀ ਹੈ त्रिभुज ABP ਸਰਵੰਗਸਮ ਹੈ त्रिभुज ACP ਦੇ। तीसरी चीज ਅਸੀਂ सिद्ध करना चाहते हैं AP कोण A ਅਤੇ कोण D ਨੂੰ ਸਮਦੋਭਾਜਿਤ कोण AP कोण A ਅਤੇ कोण D ਨੂੰ ਸਮਦੋਭਾਜਿਤ ਕਰਦੀ ਹੈ। इसका चौथा भाग है AP भुजा BC दा लंब समदोभाजक है। लंब समदोभाजक है। सो
ਸੋ ਵਿਦਿਆਰਥੀਓ ਸਵਾਲ ਜਿਹੜਾ ਹੈਗਾ ਦੇਖਣ ਨੂੰ ਬੜਾ ਪੇਚੀਦਾ ਜਿਹਾ ਲੱਗ ਰਿਹਾ, ਠੀਕ ਹੈ ਜੀ। ਤੁਸੀਂ ਪਹਿਲਾ ਕੰਮ ਇਹ ਕਰੋ, ਮੈਂ ਇਹਦੇ ਵਿੱਚ ਇੱਥੇ ਇੱਕ ਡਾਇਗਰਾਮ ਬਣਾ ਦਿੰਦਾ ਇਹਦਾ, ਠੀਕ ਹੈ ਜੀ। ਡਾਇਗਰਾਮ ਅਸੀਂ ਬਣਾ ਦਿੰਦੇ ਇਹਦਾ ਤਾਂ ਜੋ ਤੁਹਾਨੂੰ ਦਿੱਕਤ ਨਾ ਹੋਵੇ। ਹਲੇ A B C ਇਹ ਹੈ ਜੀ। ਉਸ ਤੋਂ ਬਾਅਦ ਉਹਨੇ ਕਿਹਾ ਸੀਗਾ ਜੀ ਇਨ ਬਿਟਵੀਨ ਇੱਥੇ D ਹੈ, ਇਹ ਚੀਜ਼ ਆ ਗਈ ਜੀ ਸਾਡੇ ਕੋਲ, ਤੇ ਇਹਨੂੰ P ਤੱਕ ਵਧਾਇਆ ਗਿਆ ਹੈ, ਠੀਕ ਹੈ ਜੀ। ਅੱਛਾ ਹੁਣ ਆਪ ਸਾਰਿਆਂ ਨੂੰ ਰਿਕੁਐਸਟ ਹੈ ਕਾਪੀ ਪੈਨ ਲੈ ਲਓ, ਮੈਂ ਸਟੇਟਮੈਂਟ ਬੋਲ ਰਿਹਾ ਆਰਾਮ ਦੇ ਨਾਲ, ਇਸ ਸਟੇਟਮੈਂਟ ਨੂੰ ਇੱਕ ਵਾਰੀ ਨੋਟ ਕਰ ਲਓ, ਠੀਕ ਹੈ, ਕਿਉਂਕਿ ਮੇਰੇ ਕੋਲ ਜਗ੍ਹਾ ਘੱਟ ਹੈ, ਮੈਨੂੰ ਇਹ ਮਿਟੇ ਕੇ ਸਵਾਲ ਕਰਨਾ ਪੈਂਦਾ। 4 ਦੇ 4 ਪਾਰਟ ਜਿਹੜੇ ਹੈਗੇ ਮੈਂ ਬਾਰੀ-ਬਾਰੀ ਸਰ ਇੰਨੀ ਕਿ ਜਗ੍ਹਾ ਦੇ ਉੱਤੇ ਕਰ ਦਾਂਗਾ, ਠੀਕ ਹੈ ਜੀ। ਉਹਦੇ ਵਾਸਤੇ ਮੈਨੂੰ ਸਟੇਟਮੈਂਟ ਮਿਟੇੜੀ ਪਏਗੀ, ਇਸ ਕਰਕੇ ਸਟੇਟਮੈਂਟ ਨੂੰ ਤੁਸੀਂ ਲਿਖ ਵੀ ਲਓ ਤੇ ਮੈਂ ਨਾਲ ਦੇ ਨਾਲ ਤੁਹਾਨੂੰ ਸਮਝਾ ਵੀ ਦਿੰਦਾ ਹਾਂ ਸਟੇਟਮੈਂਟ ਹੈ ਕੀ। ਪਹਿਲੀ ਗੱਲ ਕਹੀ ਗਈ ਆ त्रिभुज ABC ਅਤੇ त्रिभुज DBC ਆ ਪੂਰੀ ਵੱਡੀ त्रिभुज ਤੇ ਆ ਛੋਟੀ त्रिभुज ਥੱਲੇ ਵਾਲੀ, ਇੱਕ ਹੀ ਆਧਾਰ BC, ਆ BC ਦੋਨਾਂ ਦਾ ਆਧਾਰ ਹੈ, ਉੱਤੇ ਦੋ ਸਮਭੁਜੀ त्रिभुजां ਹਨ। ਇਹ ਦੋਵੇਂ ਦੋ ਸਮਭੁਜੀ त्रिभुजां ਹਨ ਜਿਨ੍ਹਾਂ ਦਾ ਆਧਾਰ ਇੱਕ ਹੈ। ਇਹਦਾ ਮਤਲਬ ਉਹ ਇਹਨੂੰ ਇਹਦੇ ਬਰਾਬਰ ਕਹਿ ਰਿਹਾ ਹੈ ਤੇ ਇਹ ਭੁਜਾ ਇਸ ਭੁਜਾ ਦੇ ਬਰਾਬਰ ਹੈ। ਕਿਉਂ? ਤਦੀ ਸਮਦੋ ਭੁਜਾਂ ਬਣਨਗੇ ਜੇਕਰ ਇਹਨਾਂ ਦੀ ਆ ਦੋ ਭੁਜਾਵਾਂ ਆਪਸ ਵਿੱਚ ਬਰਾਬਰ ਹੋਣਗੀਆਂ, ਠੀਕ ਹੈ ਜੀ। ਅਤੇ ਸਿਖਰ A ਅਤੇ D BC ਭੁਜਾ ਉੱਤੇ BC ਤੇ ਇੱਕੋ ਪਾਸੇ ਹਨ। BC ਦੇ ਇਹਦਾ ਮਤਲਬ A ਤੇ D ਜਿਹੜਾ ਹੈਗਾ ਉਹ BC ਦੇ ਇੱਕ ਹੀ ਸਾਈਡ ਤੇ ਹਨ। ਇਹ ਨਹੀਂ ਆ ਕਿ A ਉੱਪਰ ਹੋ ਗਿਆ ਤੇ D ਹੇਠਾਂ ਹੋ ਗਿਆ, ਦੋਵੇਂ ਇੱਕੋ ਪਾਸੇ ਹਨ, ਠੀਕ ਹੈ ਜੀ। ਜੇ ਭੁਜਾ AD ਭੁਜਾ ਨੂੰ ਇਸ ਤਰ੍ਹਾਂ ਵਧਾਇਆ ਜਾਵੇ, ਦੇਖੋ ਇਹਨੂੰ ਥੱਲੇ ਨੂੰ ਵਧਾਵਾਂਗੇ ਕਿ BC ਨੂੰ P ਤੇ ਕੱਟੇ, ਠੀਕ ਹੈ ਜੀ। BC ਨੂੰ ਕਿੱਥੇ ਕੱਟਿਆ ਨੇ? P ਤੇ ਕੱਟਿਆ, ਤਾਂ ਸਿੱਧ ਕਰੋ। ਅਸੀਂ ਕੀ ਸਿੱਧ ਕਰਨਾ? त्रिभुज ABD ਆ ਪਹਿਲੀ त्रिभुज ਆ ਵਾਲੀ ਦਿਖਣੀ ਹੈ ਜੀ, ਉੱਪਰ ਵਾਲੀ, ਠੀਕ ਹੈ ਜੀ। ਅਤੇ त्रिभुज ACD ਇੱਧਰ ਵਾਲੀ त्रिभुज ਆ ਦੂਜੀ त्रिभुज ਉੱਪਰ ਵਾਲੀ ਤੇ ਇਹ ਉੱਪਰ ਵਾਲੀ त्रिभुज, ਇਹ ਦੋਵੇਂ ਸਰਵੰਗਸਮ ਹਨ। ਦੂਸਰੇ ਨੰਬਰ ਦੇ ਉੱਤੇ ਆਪਾਂ ਸਿੱਧ ਕਰਨਾ त्रिभुज ABP ਆ ਪੂਰੀ त्रिभुज ਇੱਧਰ ਵਾਲੀ, ਠੀਕ ਹੈ। ਅਤੇ त्रिभुज ACP ਆ ਇੱਧਰ ਵਾਲੀ त्रिभुज ਪੂਰੀ ਆ ਵਾਲੀ त्रिभुज, ਇਹ ਦੋਵੇਂ त्रिभुज ਆਪਸ ਦੇ ਵਿੱਚ ਸਰਵੰਗਸਮ ਹਨ। ਜਦੋਂ ਤੁਸੀਂ ਇਹ ਦੋ त्रिभुजां ਨੂੰ ਸਰਵੰਗਸਮ ਸਾਬਿਤ ਕਰ ਦੋਗੇ, ਸਿੱਧ ਕਰ ਲਓਗੇ, ਉਸ ਤੋਂ ਬਾਅਦ ਅਸੀਂ ਸਿੱਧ ਕਰਨਾ ਕਿ AP ਜਿਹੜਾ AP ਹੈ ਉਹ ਕੋਣ A ਯਾਨੀ ਕਿ ਇਹ ਵਾਲੇ ਕੋਣ ਨੂੰ ਅਤੇ ਕੋਣ D ਨੂੰ ਸਮਦੋਭਾਜਿਤ ਕਰਦਾ ਹੈ। ਯਾਨੀ ਕਿ ਹੱਲੇ ਮੈਂ ਨਹੀਂ ਕਰ ਸਕਦਾ ਉਹ ਹੈ ਕਿ ਨਹੀਂ ਹੈ, ਇਹ ਮੈਂ ਸਿੱਧ ਕਰਾਂਗਾ, ਫਿਰ ਮੈਂ ਇਹਦੇ ਉੱਤੇ ਲਾਈਨ ਲਗਾ ਸਕਦਾ ਕਿ ਹਾਂ ਵੀ ਕਰਦਾ ਹੈ। ਹੱਲੇ ਮੈਂ ਇਹ ਸਿੱਧ ਕਰਨਾ ਕਿ ਆਹ ਕੋਣ ਦੇ ਬਰਾਬਰ ਨਾਮ ਦੇ ਦਿੰਦੇ ਆ 1 2 3 4। ਮੇਰੀ ਆਦਤ ਹੈ ਮੈਂ ਜਦੋਂ ਵੀ ਕੋਈ ਮੁਸ਼ਕਿਲ ਚੀਜ਼ ਲੱਗਦੀ ਕਿ ਬਾਰ-ਬਾਰ ਨਾਮ ਲਿਖਾਂਗਾ, ਮੈਂ ਉਹਨਾਂ ਦੇ ਛੋਟੇ ਨਾਮ ਰੱਖ ਦਿੰਦਾ ਤਾਂ ਜੋ ਮੈਂ ਜਦੋਂ ਵੀ ਗੱਲ ਕਰਾਂਗਾ। ਇਹਦਾ ਮਤਲਬ ਇਹ ਹੈ ਇਸ ਪਾਰਟ ਦੇ ਵਿੱਚ ਮੈਂ ਇਹ ਸਿੱਧ ਕਰਨਾ ਚਾਹੁੰਦਾ ਹਾਂ ਕਿ ਕੋਣ 1 ਕੋਣ 2 ਦੇ ਬਰਾਬਰ ਹੈ, ਕੋਣ 3 ਕੋਣ 4 ਦੇ ਬਰਾਬਰ ਹੈ। ਇਸੇ ਤਰੀਕੇ ਦੇ ਨਾਲ ਉਹ ਕਹਿੰਦਾ AP ਜਿਹੜੀ ਹੈਗੀ ਆ ਉਹ ਭੁਜਾ BC ਦਾ ਲੰਬ ਦੋ ਭਾਜਕ ਹੈ। ਤੁਸੀਂ ਇਹ ਸਿੱਧ ਕਰਨਾ ਕਿ ਆਹ ਵਾਲਾ ਕੋਣ ਤੇ ਆਹ ਵਾਲਾ ਕੋਣ ਇਹ ਲੰਬ ਹੈ, ਯਾਨੀ ਕਿ 90 ਡਿਗਰੀ ਦਾ ਕੋਣ ਹੈ ਅਤੇ BP ਤੇ PC ਦੋਨੋਂ ਆਪਸ ਦੇ ਵਿੱਚ ਬਰਾਬਰ ਹਨ। ਮੇਰਾ ਖਿਆਲ ਹੈ ਤੁਸੀਂ ਇਹਦੇ 4 ਹਿੱਸੇ ਜਿਹੜੇ ਤੁਸੀਂ ਕਰ ਰਹੇ ਹੋ, ਜੇ ਪੂਰੇ ਲੈਕਚਰ ਦੇ ਵਿੱਚ ਅਸੀਂ ਇਹ 4 ਹਿੱਸੇ ਵੀ ਸਮਝ ਕੇ ਹੱਲ ਕਰ ਲਈਏ ਨਾ ਤਾਂ ਸਮਝ ਲਓ ਇਹ ਤੋਂ ਪਿੱਛੇ ਜਿਹੜੇ ਦੋ ਐਕਸਰਸਾਈਜ਼ ਕੀਤੀਆਂ ਹੈਗੀਆਂ ਤੇ ਸਮਝਿਆ ਹੈਗਾ, ਪਲੱਸ ਇਸ ਐਕਸਰਸਾਈਜ਼ ਦੇ ਵਿੱਚ ਜੋ ਅਸੀਂ ਹੱਲੇ ਤੱਕ ਸਮਝਿਆ ਹੈਗਾ ਉਹ ਸਾਰਾ ਇੱਕ ਪ੍ਰਸ਼ਨ ਦੇ ਵਿੱਚ ਕਵਰ ਹੋ ਸਕਦਾ ਹੈ, ਠੀਕ ਹੈ। ਸੋ ਮੈਂ ਵਿਦਿਆਰਥੀਓ ਹੁਣ ਛੋਟਾ ਜਿਹਾ ਕੰਮ ਕਰ ਰਿਹਾ, ਮੈਂ ਉਮੀਦ ਕਰਦਾ ਹਾਂ ਤੁਸੀਂ ਇਹਦਾ ਇੱਧਰਲਾ ਹਿੱਸਾ ਜਿਹੜਾ ਹੈਗਾ ਆ ਉਹ ਜਿਹੜਾ ਹੈਗਾ ਉਹ ਲਿਖ ਲਿਆ ਹੋਵੇਗਾ। ਮੈਂ ਇੱਧਰਲਾ ਹਿੱਸਾ ਮਿਟਾ ਰਿਹਾ ਜੀ, ਮੈਂ ਆ ਨੀਚੇ ਮਿਟਾ ਰਿਹਾ, ਇਹਨਾਂ ਨੂੰ ਮੈਂ ਦੁਬਾਰਾ ਇੱਧਰ ਤੇ ਲਿਖ ਦਿੰਦਾ। ਇਹ ਜੋ 1 ਅਤੇ 2 ਮੈਂ ਸਿੱਧ ਕਰਨਾ ਸੀ ਵਿਦਿਆਰਥੀਓ ਉਹਨੂੰ ਮੈਂ ਇੱਥੇ ਲਿਖ ਰਿਹਾ। ਪਹਿਲੇ ਨੰਬਰ ਦੇ ਉੱਤੇ ਮੈਂ ਸਿੱਧ ਕਰਨਾ ਸੀਗਾ त्रिभुज ABD ਸਰਵੰਗਸਮ ਹੈ त्रिभुज ACD ਦੇ, ਠੀਕ ਹੈ ਜੀ। ਪਹਿਲੇ ਨੰਬਰ ਤੇ ਇਹ ਸਿੱਧ ਕਰਨਾ ਸੀ ਤੇ ਦੂਸਰੇ ਨੰਬਰ ਦੇ ਉੱਤੇ ਮੈਂ ਸਿੱਧ ਕਰਨਾ ਹੈ त्रिभुज ABP ਸਰਵੰਗਸਮ ਹੈ त्रिभुज ACP, ठीक है जी। अच्छा मैं इधर वाला हिस्सा अपने लिए खाली छੱਡ ਲਿਆ, ठीक है विद्यार्थियों। ਇਹਦੇ ਵਿੱਚ ਮੈਂ ਪਾर्ट 1 पार्ट 2 पार्ट 3 पार्ट 4 पार्ट मतलब करके इधर हल करता रहूंगा ਤੇ ਨਾਲ ਦੇ ਨਾਲ ਆਪ ਜੀ ਨੂੰ ਸਮਝਾਉਂਦਾ ਰਹਾਂਗਾ। ਸਭ ਤੋਂ ਪਹਿਲਾਂ ਆਉਂਦੇ ਆ ਪਹਿਲੇ ਪਾर्ट ਤੇ। ਪਹਿਲਾ ਪਾर्ट बहुत सौखा है, मैं लिखांगा त्रिभुज ABD ਅਤੇ त्रिभुज ACD ਵਿੱਚ ਆ ਦੋ त्रिभुज ਚੱਕ ਲੀਆਂ ABD ਤੇ ADC ਦੇ ਵਿੱਚ, ठीक है जी। यानी कि त्रिभुज 1 ਅਤੇ त्रिभुज 2 ਨੂੰ ਮੈਂ ਚੱਕ ਲਿਆ ਤੇ ਮੈਂ ਇਹਦੇ ਵਿੱਚ ਦੇਖਣਾ ਚਾਹੁੰਦਾ ਕਿ ਕੀ ਹੋਏਗਾ। ਸਭ ਤੋਂ ਪਹਿਲੀ ਚੀਜ਼
AB बराबर है AC ते BD बराबर है DC। ये दोवें चीजां सानू दित्ती है, ठीक है जी। ये तो दिता है सानू, ठीक है जी। ये चीज जिहड़ी सानू दित्ती आ इहदे बराबर है ते आ इहदे बराबर है, ये सानू दिता होया जी, ठीक है जी। AD बराबर AD, क्यों जी? सांझी भुजा है जी, सांझी भुजा देखो इस त्रिभुज च भी है, दोनों इधर वाले च भी है, इधर वाले च भी AD बराबर AD। इसका मतलब ये होया त्रिभुज ABD सर्वंगसम है त्रिभुज ACD। ते किहड़े नियम दे नाल? जिहड़ा अज ही असीं ये नियम कीता है, भुजा भुजा भुजा, या फिर इहनूं SSS भी कहा जाता है, ਜਿਹੜਾ ਹੈਗਾ ਸਾਈਡ ਯਾਨੀ ਕਿ ਭੁਜਾ ਦੇ ਨਾਲ ਅਸੀਂ ਇਹਦਾ ਪਾਰਟ ਪਹਿਲਾ ਜਿਹੜਾ ਹੈਗਾ ਉਹ ਖਤਮ ਕੀਤਾ। ਮੈਂ ਉਮੀਦ ਕਰਦਾ ਤੁਸੀਂ ਇਹਨੂੰ ਸਮਝਿਆ ਹੋਵੇਗਾ। ਇੱਕ ਵਾਰੀ ਫਿਰ ਨਾਲ ਸਮਝ ਵੀ ਲਓ ਤੇ ਲਿਖ ਵੀ ਲਓ, ਕਿਉਂਕਿ ਇਹ ਚੀਜ਼ ਇਦਾਂ ਦੀ ਨਹੀਂ ਕਿ ਤੁਸੀਂ ਰਿਪੀਟ ਦੇਖਣਾ ਚਾਹੋ ਤੇ ਲੈਕਚਰ ਵਾਪਸ ਚੱਲ ਜਾਏਗਾ। ਜਿਹੜੀ ਟੈਲੀਕਾਸਟ ਹੋ ਰਹੀ ਹੈ ਉਹ ਅੱਗੇ ਹੀ ਅੱਗੇ ਜਾਏਗੀ, ਠੀਕ ਹੈ ਜੀ। ਸੋ ਮੈਂ ਦੁਬਾਰਾ ਬੋਲ ਰਿਹਾ, ਆ ਦੋ त्रिभुजा ਚੱਕ ਲਈਆਂ ਆਪਾਂ ਜੀ, ABD ACD। ਇਹਦੇ ਵਿੱਚ AB ਬਰਾबर AC ਤੇ BD ਬਰਾबर DC ਸਾਨੂੰ ਦਿੱਤਾ ਹੋਇਆ ਆ। ਇਹ ਸਾਡੀ ਸਟੇਟਮੈਂਟ ਦੇ ਵਿੱਚ ਜਿਹੜੀ ਤੁਸੀਂ ਸਟੇਟਮੈਂਟ ਲਿਖੀ ਸੀ ਉਹਨੂੰ ਕਿਹਾ ਸੀ ਨਾ ਸਾਨੂੰ ਕਿ ਦੋ त्रिभुजा ਸਮ ਦੋ ਭੁਜੀ ਹਨ, ਠੀਕ ਹੈ। ਸਮ ਦੋ ਭੁਜੀ ਦਾ ਮਤਲਬ ਹੈ ਦੋ ਭੁਜਾਵਾਂ ਬਰਾਬਰ ਹਨ। ਉੱਥੋਂ ਆ ਗਿਆ ਜੀ AD ਬਰਾबर AD, ਆ ਸਾਂਝੀ ਭੁਜਾ ਹੋ ਗਈ ਜੀ। ਇਹਦਾ ਮਤਲਬ ਭੁਜਾ ਦੇ ਨਾਲ ਇਹ ਦੋਵੇਂ त्रिभुजा ਆਪਸ ਦੇ ਵਿੱਚ ਸਰਵੰਗਸਮ ਹੋ ਗਈਆਂ। ਅੱਛਾ, ਜੇਕਰ ਇਹ ਦੋਵੇਂ ਆਪਸ ਦੇ ਵਿੱਚ ਸਰਵੰਗਸਮ ਹੋ ਗਈਆਂ, मैं हुण की करांगा, इत्थे मैं थोड़ियां छोटियां चीजां लिख रहा, ठीक है जी। तुसीं उन्हां नूं विच याद रखियो। मैं ये कह रहा इस करके कोण 3 बराबर कोण 4 CPCT तुहानूं शब्द याद होएगा। मैं पिछले लेक्चर दे विच भी बार बहुत इस्तेमाल किया शब्द दा। CPCT का मतलब होता है कोरस्पोंडिंग पार्ट्स ऑफ कॉन्ग्रुएंट ट्रायंगल, या फिर सर्वंगसम त्रिभुज दियां संगत भुजावां या सर्वंगसम त्रिभुज दे संगत कोण। ये संगत कोण हो गए इन्हां दे, ਇਹਦਾ मतलब कोण 3 बराबर कोण 4 हो गया, ठीक है जी। वैसे जे तुसी इस कोण वाल देखो ते इस प्रश्न वाल देखो, AP कोण A ਨੂੰ सम दो भाजित करदी है। ਇਹਦਾ मतलब मैं तीजे ਦਾ थोड़ा ਜਿਹਾ पार्ट ਜਿਹੜਾ ਹੈ ਕਰ ਲਿਆ, ਇਹਨੂੰ मैं स्टार मार्क कर ਦਿੱਤਾ। ਜਿੱਥੇ स्टार मार्क कर ਦਿੱਤਾ, ਧਿਆਨ ਰੱਖਿਓ ਇਹਨੂੰ मैं ਅੱਗੇ ਇਸਤੇਮਾਲ ਕਰਾਂਗਾ, ਠੀਕ ਹੈ ਜੀ। ਹੁਣ ਆਨੇ ਆ ਜੀ ਆਪਾਂ ਇਹਦੇ ਸੈਕਿੰਡ ਪਾर्ट 'ਚ, ठीक है जी। ਚਲੋ ਸੈਕਿੰਡ ਪਾर्ट ਕਰਨ ਦੇ ਲਈ ਮੈਂ ਕੀ ਕਰਾਂਗਾ, ਫਿਰ ਦੁਬਾਰਾ ਉਹੀ ਚੀਜ਼ ਹੈ, त्रिभुज ABP ਅਤੇ त्रिभुज ACP ਵਿੱਚ ABP ACP ਆ ਵੱਡੀਆਂ त्रिभुजां ਲੈ ਲਈਆਂ ਜੀ, ठीक है जी। ਧਿਆਨ ਨਾਲ ਦੇਖਿਓ ਜਰਾ, AB बराबर AC ਦਿੱਤਾ ਹੈ, ਇਹ ਤਾਂ गिवन है जी ਮੈਨੂੰ। AB बराबर AC गिवन है ना, ਦਿੱਤਾ है ਮੈਨੂੰ। AP बराबर AP ਇਹ ਸਾਂਝਾ ਹੋ ਗਿਆ ਜੀ, ਸਾਂਝੀ ਭੁਜਾ। देखो आ वाली भुजा AP बराबर AP इस त्रिभुज भी है तो इस त्रिभुज भी साझी हो गई। कोण 3 बराबर कोण 4 ਇਹਨੂੰ मैं सिद्ध किया। ਇਹ ਤਾਂ मैं पार्ट 1 ਦੇ ਵਿੱਚ सिद्ध कर ਦਿੱਤਾ ਤੇ ਕਿੱਥੇ सिद्ध किया मैं, ਤੁਹਾਨੂੰ याद होगा स्टार ਦੇ ਵਿੱਚ सिद्ध किया ਸੀ मैं, स्टार ਚ, ठीक है जी। आ लिखा है ਇੱਥੇ मैं इस चीज ਨੂੰ सिद्ध किया ਸੀ। देखो पहले पार्ट ਦਾ रिजल्ट मैं सेकंड पार्ट ਦੇ ਵਿੱਚ यूज कर रहा ਹਾਂ, मैं कर सकता हूं क्योंकि मैंने आप सिद्ध किया है जी, ठीक है जी। चलो इस चीज हो गया। ਇਹਦਾ मतलब त्रिभुज ABP ਸਰਵੰਗਸਮ ਹੈ त्रिभुज ACP ਦੇ ਵਿੱਚ, ਤੇ ਇਹਦੇ ਵਿੱਚ ਕਿਹੜਾ ਨਿਯਮ ਲੱਗਾ ਜੀ, ਭੁਜਾ ਕੋਣ ਭੁਜਾ, ਭੁਜਾ ਕੋਣ ਭੁਜਾ। ਇਹਦਾ मतलब ਭੁਜਾ ਕੋਣ ਭੁਜਾ, ठीक है। अच्छा विद्यार्थियों देखो मैं ਇਹਨੂੰ ਰਬ ਕਰ ਦਵਾਂ ਇਹ, क्योंकि अपना पहले पार्ट ਦਾ ਰਿਜ਼ਲਟ ਸੀ ਨਾ। देखो पहले पार्ट ਦੇ ਰਿਜ਼ਲਟ ਦੇ ਵਿੱਚ ਆਪਾਂ ਸੈਕੰਡ ਪਾर्ट पहले पार्ट ਦਾ ਰਿਜ਼ਲਟ ਸੈਕੰਡ ਪਾर्ट 'ਚ ਇਸਤੇਮਾਲ ਕੀਤਾ ਸੀ, ठीक है जी। ਇਹਦੇ ਵਿੱਚ ਅਸੀਂ ਕੀ ਕੀਤਾ, ਹੁਣ ਇਹ ਜਦੋਂ ਪੂਰੀ ਚੀਜ਼ ਕਰ ਦਿੱਤੀ ਤਾਂ ਮੈਨੂੰ ਯਾਦ ਹੈ ਚੌਥੇ ਪਾर्ट 'ਚ ਮੈਨੂੰ ਕਿਹਾ ਸੀ AP ਭੁਜਾ BC ਨੂੰ ਲੰਬ ਸਮ ਦੋ ਭਾਜਕ ਕਰਦੀ ਹੈ, ठीक है जी। ਮੈਂ ਇਹਨੂੰ ਨੰਬਰ 5 ਪਾ ਲੈਣਾ, ਇਹਨੂੰ ਨੰਬਰ 6 ਪਾ ਲੈਣਾ। ਇੱਥੇ ਮੈਂ ਦੋ ਚੀਜ਼ਾਂ ਇਕੱਠੀਆਂ ਲਿਖ ਰਿਹਾ। ਪਹਿਲੀ ਚੀਜ਼ ਕੋਣ BP बराबर PC। देखो आप BP थी आप PC दोनों बराबर नहीं, क्यों? फिर मैं लिखूंगा CPCT यानी कि संगत भुजा सर्वंगसम त्रिभुजां दियां संगत भुजावां ਜਿਹੜੀਆਂ ਹੈਗੀਆਂ ਆਪਸ ਦੇ ਵਿੱਚ ਬਰਾਬਰ ਹੁੰਦੀਆਂ ਹਨ। दूसरी चीज में मैं लिखांगा कोण 5 बराबर कोण 6, ਇਹ ਵੀ ਕੀ ਹੈ ਜੀ CPCT, ठीक है जी। ਇਹ ਦੋਵੇਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਮੈਂ ਅੱਗੇ ਜਦੋਂ ਮੈਂ ਤੀਸਰਾ ਤੇ ਚੌਥਾ ਪਾर्ट ਇਸਤੇਮਾਲ ਕਰਾਂਗਾ ਉਦੋਂ ਮੈਨੂੰ ਇਹ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੰਮ ਆਉਣਗੀਆਂ, ठीक है जी। कोण 5 बराबर कोण 6 ਤੇ BP ਬਰਾबर PC। ਤੁਸੀਂ ਦੇਖੋਗੇ ਪਹਿਲੇ ਤੇ ਦੂਜੇ ਦੇ ਜਿਹੜੇ ਰਿਜ਼ਲਟ ਹੈ ਉਹ ਕਿਤੇ ਨਾ ਕਿਤੇ ਤੀਜੇ ਤੇ ਚੌਥੇ ਦੇ ਵਿੱਚ ਉਹ ਸਾਨੂੰ ਨਜ਼ਰ ਆ ਰਹੇ ਨੇ। ਕਿਦਾਂ
ਕੋਣ ए ਸਮਦੋਭਾਜਕ ਆਪਾਂ ਪਹਿਲੇ ਪਾਰਟ ਦੇ ਵਿੱਚ ਕਰ ਲਿਆ ਜੀ, ਠੀਕ ਹੈ, ਸੈਕੰਡ ਪਾਰਟ ਕਰ ਲਿਆ ਪਹਿਲੇ ਪਾਰਟ 'ਚ। ਏਬੀ ਭੁਜਾ BC ਨੂੰ ਲੰਬ ਸਮਦੋਭਾਜਕ ਕਰਦੀ ਹੈ, ਲੰਬ ਸ਼ਬਦ ਨੂੰ ਛੱਡ ਦੋ, ਸਮਦੋਭਾਜਕ ਸਿੱਧ ਕਰਤਾ ਜੀ। ਦੇਖੋ ਆ ਕਰ ਦਿੱਤਾ ਨਾ BP ਬਰਾਬਰ BC, ਸਮਦੋਭਾਜਕ ਦੋ ਬਰਾਬਰ ਹਿੱਸੇ ਕਰ ਦਿੱਤੇ ਆ। ਹੁਣ ਮੈਂ 5 ਬਰਾਬਰ 6 ਆਪਾਂ ਲਿਖ ਦਿੱਤਾ ਆ, ਇਹਨੂੰ ਮੈਂ ਅੱਗੇ ਇਸਤੇਮਾਲ ਕਰਾਂਗਾ ਜਦੋਂ ਆਪਾਂ ਥਰਡ ਤੇ ਫੋਰਥ ਪਾਰਟ ਸੋਲਵ ਕਰਾਂਗੇ। ਚਲੋ ਇਹਨੂੰ ਵੀ ਆਪਾਂ ਅਰੇਂਜ ਕਰ ਲਈਏ ਵਿਦਿਆਰਥੀਓ। ਹੁਣ ਚਲੋ ਜੀ ਆਓ ਜੀ ਅਸੀਂ ਹੁਣ ਚੱਲਦੇ ਹਾਂ ਆਪਣੇ ਅਗਲੇ ਪਾਰਟ ਨੰਬਰ 3 ਦੇ ਵਿੱਚ, ਠੀਕ ਹੈ। ਪਾਰਟ 3 ਦੇ ਵਿੱਚ ਕੀ ਹੋਏਗਾ ਵਿਦਿਆਰਥੀਓ, AP ਕੋਣ A ਅਤੇ ਕੋਣ D ਨੂੰ ਸਮਦੋਭਾਜਿਤ ਕਰਦੀ ਹੈ। ਦੇਖੋ ਵਿਦਿਆਰਥੀਓ ਆਹ ਵਾਲਾ ਹਿੱਸਾ ਮੈਂ ਕਰ ਚੁੱਕਾ ਹਾਂ, ਠੀਕ ਹੈ ਜੀ। ਇੱਥੇ ਮੈਂ ਲਿਖ ਦਿੱਤਾ ਕੋਣ 3 ਬਰਾਬਰ ਕੋਣ 4, ਇੱਥੇ ਮੈਂ ਲਿਖਤਾ ਸਿੱਧ ਕੀਤਾ। ਇਹ ਤਾਂ ਮੈਂ ਕਰਤਾ ਸਿੱਧ, ਇਹਦਾ ਮਤਲਬ ਪਹਿਲੀ ਚੀਜ਼ ਮੇਰੀ ਹੋ ਗਈ। ਮੈਂ ਕੋਣ 1 ਤੇ ਕੋਣ 2 ਨੂੰ ਆਪਸ ਦੇ ਵਿੱਚ ਬਰਾਬਰ ਕਰਨਾ ਚਾਹੁੰਦਾ ਹੈ, ਠੀਕ ਹੈ ਜੀ। ਇਹਦੇ ਵਾਸਤੇ ਮੈਂ ਕੀ ਕਰਾਂਗਾ, ਤ੍ਰਿਭੁਜ BDP ਅਤੇ ਤ੍ਰਿਭੁਜ DCP ਇਹ ਮੈਂ ਨਾਮ ਥੋੜਾ ਗਲਤ ਲਿਖਤਾ, ਇਹ ਹੋ ਗਿਆ ਜੀ DCP, ਇਹ ਹੋ ਗਿਆ DBP, ਠੀਕ ਹੈ ਜੀ। ਆ ਚੀਜ਼ ਹੋ ਗਈ। ਹੁਣ ਕਿਉਂ ਕੀਤਾ ਦੇਖੋ ਵਿਦਿਆਰਥੀਓ, ਤੁਹਾਨੂੰ ਯਾਦ ਹੋਏਗਾ DP ਬਰਾਬਰ BC, ਜਦੋਂ ਮੈਂ ਇਹਦੀ ਸਰਬੰਸਮ ਦੀ ਇੰਟਰੋਡਕਸ਼ਨ ਦਿੱਤੀ ਸੀ ਤੇ ਮੈਂ ਇਹ ਕਿਹਾ ਸੀ ਨਾਮ ਇਸ ਢੰਗ ਨਾਲ ਲਿਖਣੇ ਨੇ ਕਿ ਬਈ ਇਹਨਾਂ ਦੇ ਆਪਸ ਦੇ ਵਿੱਚ ਸੰਗਤ ਭੁਜਾਵਾਂ ਸਾਹਮਣੇ ਨਜ਼ਰ ਆਣ। DB ਆ DB ਬਰਾਬਰ ਕਿਹਦੇ, DC ਦੇ, ਆ DC ਦੇ, ਠੀਕ ਹੈ ਜੀ। BP ਬਰਾਬਰ CP, BP ਬਰਾਬਰ CP, ਠੀਕ ਹੈ। ਚਲੋ ਆਓ ਹੁਣ ਇਹਨੂੰ ਸਿੱਧ ਕਰੀਏ। ਇਹਦੇ ਵਿੱਚ ਹੈ BD ਬਰਾਬਰ DC, ਇਹ ਦਿੱਤਾ ਹੈ ਜੀ, ਤੁਹਾਨੂੰ ਯਾਦ ਹੋਏਗਾ। ਜਿਹੜੀ ਚੀਜ਼ ਮੈਂ ਇੱਥੇ ਇਦਾਂ ਇਸ ਢੰਗ ਨਾਲ ਲਿਖਤੀ ਇਹਦਾ ਮਤਲਬ ਉਹ ਚੀਜ਼ ਸਾਨੂੰ ਦਿੱਤੀ ਹੋਈ ਆ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਜੀ ਦੂਸਰੀ ਚੀਜ਼ ਹੈ ਜੀ ਇਹਦੇ ਵਿੱਚ DP ਬਰਾਬਰ DP, ਇਹ ਸਾਂਝੀ ਭੁਜਾ ਹੈ ਜੀ, ਠੀਕ ਹੈ ਜੀ। ਆ ਦੇਖੋ ਸਾਂਝੀ ਆ। ਤੇ ਤੀਸਰੀ ਹੈਗੀ ਜੀ BP ਬਰਾਬਰ PC, ਇਹਨੂੰ ਮੈਂ ਸਿੱਧ ਕੀਤਾ ਹੋਇਆ ਜੀ, ਇਹਨੂੰ ਮੈਂ ਸਿੱਧ ਕੀਤਾ। ਇਹਦਾ ਮਤਲਬ BP ਬਰਾਬਰ PC ਸਿੱਧ ਕਰ ਦਿੱਤੀ ਆ। ਇਹ ਤਿੰਨ ਭੁਜਾਵਾਂ ਬਰਾਬਰ ਹੋ ਗਈਆਂ। ਇਸ ਦਾ ਮਤਲਬ ਇਹ ਹੋਇਆ ਤ੍ਰਿਭੁਜ DBP ਸਰਬੰਸਮ ਹੈ ਤ੍ਰਿਭੁਜ DCP ਦੇ। ਆ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਬੰਸਮ ਹੋ ਗਈਆਂ। ਇਸ ਦਾ ਅਰਥ ਇਹ ਹੋਇਆ ਕੋਣ 1 ਬਰਾਬਰ ਕੋਣ 2। ਇਸ ਦੇ ਨਾਲ ਹੀ ਮੇਰਾ ਤੀਸਰਾ ਪਾਰਟ ਜਿਹੜਾ ਹੈਗਾ ਖਤਮ ਹੋ ਜਾਂਦਾ ਹੈ। ਕਿਉਂ? ਕਿਉਂਕਿ ਕੋਣ 1 ਤਾਂ ਮੈਂ ਪਹਿਲੇ ਹੀ ਸਿੱਧ ਕਰ ਚੁੱਕਾ ਹਾਂ ਕਿ ਕੋਣ 1 ਬਰਾਬਰ ਕੋਣ 3 ਬਰਾਬਰ ਕੋਣ 4 ਦੇ ਹੈ। ਤੇ D ਨੂੰ ਸਮਦੋਭਾਜਿਤ ਕਰਨ ਦਾ, ਦੇਖੋ ਸਮਦੋਭਾਜਿਤ ਕਰਨ ਦਾ ਮਤਲਬ ਹੈ ਬਰਾਬਰ ਹਿੱਸਿਆਂ 'ਚ ਵੰਡਣਾ। ਕੋਣ A ਬਰਾਬਰ ਹਿੱਸਿਆਂ 'ਚ ਵੰਡਿਆ ਗਿਆ, ਕੋਣ D ਵੀ ਜਿਹੜਾ ਹੈਗਾ ਉਹ ਬਰਾਬਰ ਹਿੱਸਿਆਂ 'ਚ ਵੰਡਿਆ ਗਿਆ, ਕਿਉਂਕਿ ਕੋਣ 1 ਬਰਾਬਰ ਕੋਣ 2। ਇਸ ਦਾ ਮਤਲਬ ਤੀਸਰਾ ਪਾਰਟ ਜਿਹੜਾ ਹੈਗਾ ਮੇਰਾ ਪੂਰਾ ਹੱਲ ਹੋ ਗਿਆ, ਠੀਕ ਹੈ। ਚਲੋ ਹੁਣ ਚੱਲਦੇ ਹਾਂ ਜੀ ਅਸੀਂ ਆਪਣੇ ਅਖੀਰਲੇ ਪਾਰਟ ਚੌਥੇ ਪਾਰਟ ਦੇ ਵਿੱਚ। ਚੌਥੇ ਪਾਰਟ ਦੇ ਵਿੱਚ ਕੀ ਕਰਾਂਗੇ ਵਿਦਿਆਰਥੀਓ, ਅਸੀਂ ਚੌਥੇ ਪਾਰਟ ਦੇ ਵਿੱਚ ਸਾਨੂੰ ਦਿੱਤਾ ਹੋਇਆ ਕਿ AP ਨੂੰ ਜਿਹੜਾ ਹੈਗਾ ਆ ਭੁਜਾ BC ਦਾ ਲੰਬਦੋਭਾਜਕ ਹੈ। ਪਹਿਲੇ ਫੋਰਥ ਪਾਰਟ ਦੇ ਵਿੱਚ ਮੈਂ ਲਿਖਾਂਗਾ ਕਿ BP ਬਰਾਬਰ PC ਜਿਹੜਾ ਹੈਗਾ ਉਹ ਸਾਨੂੰ ਦਿੱਤਾ ਹੋਇਆ ਹੈ, ਠੀਕ ਹੈ ਵਿਦਿਆਰਥੀਓ। BP ਨੂੰ PC ਦੇ ਬਰਾਬਰ ਦਿੱਤਾ ਹੋਇਆ ਹੈ। ਹੁਣ ਜੇ ਅਗਰ BP PC ਦੇ ਬਰਾਬਰ ਹੈ, ਇਹਦਾ ਮਤਲਬ ਦੋ ਭਾਜਕ ਤਾਂ ਹੋ ਗਿਆ, ਸਮਦੋਭਾਜਕ ਹੋ ਗਿਆ, ਲੰਬ ਰਹਿ ਗਿਆ, ਲੰਬ। ਅਤੇ ਹੋਰ ਸਾਡੇ ਕੋਲ ਕੀ ਸੀਗਾ, ਕੋਣ 5 ਬਰਾਬਰ ਕੋਣ 6, ਇਹ ਮੈਨੂੰ ਦਿੱਤਾ ਹੋਇਆ ਸੀ, ਇਹ ਮੈਂ ਸਿੱਧ ਕੀਤਾ ਸੀ ਇਹਨੂੰ, ਠੀਕ ਹੈ ਵਿਦਿਆਰਥੀਓ। ਇਹਨੂੰ ਮੈਂ ਕੀ ਕੀਤਾ ਹੈ, ਸਿੱਧ ਕੀਤਾ ਹੋਇਆ। ਕੋਣ 5 ਜਿਹੜਾ ਹੈਗਾ ਕੋਣ 6 ਦੇ ਬਰਾਬਰ ਹੈ। ਹੁਣ ਮੈਂ ਕੀ ਕਰਾਂਗਾ, ਹੁਣ ਕੋਣ 5 ਜਮਾ ਕੋਣ 6 ਬਰਾਬਰ 180 ਡਿਗਰੀ। ਕੋਣ 5 ਜਮਾ ਕੋਣ 6 ਬਰਾਬਰ 180 ਡਿਗਰੀ। ਹੁਣ ਜੇ 180 ਡਿਗਰੀ ਹੋ ਗਿਆ ਤਾਂ ਇਸ ਦਾ ਮਤਲਬ ਕੀ ਹੋਇਆ, 2 ਕੋਣ 5 ਬਰਾਬਰ 180 ਡਿਗਰੀ, ਕਿਉਂਕਿ ਕੋਣ 5 ਬਰਾਬਰ ਕੋਣ 6 ਦੇ ਦਿੱਤਾ ਹੋਇਆ ਜੀ। ਇਹਦਾ ਮਤਲਬ ਕੋਣ 5 ਬਰਾਬਰ ਕਿੰਨਾ ਹੋ ਗਿਆ, 180 ਬਟਾ 2, 90 ਡਿਗਰੀ। ਕੋਣ 5 ਬਰਾਬਰ ਕਿੰਨਾ ਹੈ ਨਾ, 90 ਡਿਗਰੀ। ਕੋਣ 5 90 ਡਿਗਰੀ ਆ ਗਿਆ। ਇਹਦਾ ਮਤਲਬ ਕੋਣ 5 90 ਡਿਗਰੀ ਆ। ਜੇਕਰ ਕੋਣ 5 90 ਡਿਗਰੀ ਆ ਤਾਂ ਕੋਣ 6 ਵੀ ਕਿੰਨਾ ਹੋਏਗਾ, 90 ਡਿਗਰੀ। ਇਹਦੇ ਨਾਲ ਸਾਡਾ ਚੌਥਾ ਪਾਰਟ ਵੀ ਜਿਹੜਾ ਉਹ ਹੱਲ ਹੋ ਗਿਆ। ਕਿਉਂ? ਕਿਉਂਕਿ ਉਹਨੇ ਇਹ ਕਿਹਾ ਸੀ ਕਿ AP BC ਦਾ ਲੰਬ ਸਮਦੋਭਾਜਕ ਹੈ। ਸਮਦੋਭਾਜਕ ਆਪਾਂ ਪਹਿਲਾਂ ਸਿੱਧ ਕਰ ਚੁੱਕੇ ਹਾਂ। ਇਹ ਲੰਬ ਹੈ, ਉਹ ਸਾਨੂੰ 5 ਤੇ 6 ਨੇ ਦੱਸ ਦਿੱਤਾ ਕਿ 5 ਵੀ 90 ਡਿਗਰੀ, 6 ਵੀ 90 ਡਿਗਰੀ। ਇਹਦਾ ਮਤਲਬ AP ਇਸ ਤੋਂ ਕੀ ਸਿੱਧ ਹੁੰਦਾ ਹੈ, AP ਲੰਬ ਹੈ BC ਦੇ ਉੱਤੇ, ਠੀਕ ਹੈ ਜੀ। ਸਮਦੋਭਾਜਕ ਇੱਥੋਂ ਸਿੱਧ ਹੋ ਗਿਆ। ਸੋ ਵਿਦਿਆਰਥੀਓ ਤੁਸੀਂ ਦੇਖਿਆ ਕਿ ਇਸ ਪ੍ਰਸ਼ਨ ਦੇ ਜਿਹੜੇ 4 ਪਾਰਟ ਨੇ, 1 2 3 4 ਪਾਰਟ, ਜਿਹੜੇ ਚਾਰੋਂ ਦੇ ਚਾਰੋਂ ਪਾਰਟ ਇਸ ਢੰਗ ਦੇ ਸੀਗੇ ਕਿ ਪਿਛਲੇ ਸਾਰੇ ਚੈਪਟਰ ਦੀ ਰਿਵੀਜ਼ਨ ਜਿਹੜੀ ਹੈਗੀ ਇੱਕ ਸਵਾਲ ਨੇ ਕਰਵਾ ਦਿੱਤੀ ਹੈ, ਠੀਕ ਹੈ। ਚਲੋ ਆਓ ਅਸੀਂ ਇਸ ਦੇ ਇੱਕ ਹੋਰ ਸਵਾਲ ਵੱਲ ਚੱਲੀਏ। ਸੈਕਿੰਡ ਸਮ ਵੱਲ ਚੱਲਦੇ ਹਾਂ। ਸੈਕਿੰਡ ਸਮ ਦੇ ਵਿੱਚ ਹੈ ਵਿਦਿਆਰਥੀਓ, ਇਸੇ ਤਰੀਕੇ ਦਾ ਸਮ ਹੈ,
ਉਹਦੇ ਵਿੱਚ ਵੀ ਸਾਡੇ ਕੋਲ ਦੇਖੋ ਹੁਣ ਜਿੱਦਾਂ ਜਿੱਦਾਂ ਆਪਾਂ ਚੈਪਟਰ ਦੇ ਅੱਗੇ ਵਧ ਰਹੇ ਹਾਂ ਇਹਦੇ ਵਿੱਚ ਕੋਈ